ਹੈਲੋ ਸਟੂਡੈਂਟਸ, ਵੈਲਕਮ ਟੂ ਵਿਦਿਆ ਇੰਗਲਿਸ਼ ਕਲਾਸਿਸ। ਅੱਜ ਮੈਂ ਤੁਹਾਡੇ ਨਾਲ ਮਦਰਸ ਡੇ ਸ਼ਿਵਕੇ ਕੁਮਾਰ ਦੁਆਰਾ ਲਿਖੀ ਗਈ ਪੋਇਮ ਬਾਰੇ ਡਿਸਕਸ ਕਰਾਂਗੀ। ਇਸ ਕਵਿਤਾ ਵਿੱਚ ਕਵੀ ਕਹਿੰਦਾ ਹੈ ਕਿ ਭਾਰਤ ਵਿੱਚ ਲੋਕ ਮਦਰਸ ਡੇ ਮਨਾਉਂਦੇ ਹਨ, ਉਹ ਵੀ ਇੱਕ ਵੱਖਰੇ ਢੰਗ ਨਾਲ। ਉਹ ਇਸ ਨੂੰ ਹੋਰਨਾਂ ਦੇਸ਼ਾਂ ਦੇ ਲੋਕਾਂ ਦੀ ਤਰ੍ਹਾਂ ਸਾਲ ਵਿੱਚ ਸਿਰਫ ਇੱਕ ਵਾਰ ਨਹੀਂ ਮਨਾਉਂਦੇ। ਉਹ ਆਪਣੀਆਂ ਮਾਵਾਂ ਦੀ ਝੂਠੀ ਸ਼ਬਦਾਂ ਵਿੱਚ ਅਰਾਧਨਾ ਨਹੀਂ ਕਰਦੇ। ਉਹ ਆਪਣੀਆਂ ਮਾਵਾਂ ਨੂੰ ਬਨਾਵਟੀ ਕਵਿਤਾਵਾਂ ਦੀ ਲੜੀ ਭੇਟ ਨਹੀਂ ਕਰਦੇ ਹਨ, ਜਿਸ ਨੂੰ ਸੁਪਨਿਆਂ ਦੇ ਇੱਕ ਚੀਨੀ ਘਰ ਦੀ ਸ਼ਕਲ ਵਿੱਚ ਬਣੇ ਗੁਲਦਸਤੇ ਵਿੱਚ ਸਾਂਭ ਕੇ ਰੱਖਿਆ ਜਾਂਦਾ ਹੈ। ਸੁਪਨਿਆਂ ਦੇ ਇੱਕ ਚੀਨੀ ਘਰ ਦਾ ਅਰਥ ਹੁੰਦਾ ਹੈ ਕਲਪਨਾ ਦਾ ਇੱਕ ਸੰਸਾਰ। ਇੱਥੇ ਕਵੀ ਮਾਂ ਨੂੰ ਸਨਮਾਨਿਤ ਕਰਨ ਦੀ ਵਿਦੇਸ਼ੀ ਪਰੰਪਰਾ ਦਾ ਮਜ਼ਾਕ ਉਡਾਉਂਦਾ ਹੈ। ਉਹ ਕਹਿਣਾ ਚਾਹੁੰਦਾ ਹੈ ਕਿ ਭਾਰਤੀ ਲੋਕ ਆਪਣੀਆਂ ਮਾਵਾਂ ਦਾ ਸਨਮਾਨ ਸਿਰਫ ਸ਼ਬਦਾਂ ਦੁਆਰਾ ਨਹੀਂ ਕਰਦੇ, ਸਗੋਂ ਉਹ ਆਪਣੀ ਮਾਂ ਦਾ ਸਨਮਾਨ ਉਹਨਾਂ ਦੇ ਲਈ ਕੁਝ ਕਰਮ ਕਰਕੇ ਕਰਦੇ ਹਨ। ਕਵੀ ਕਹਿੰਦਾ ਹੈ ਕਿ ਉਸਦੀ ਮਾਂ ਉਸ ਤੋਂ ਕੁਝ ਜ਼ਿਆਦਾ ਉਮੀਦਾਂ ਰੱਖਦੀ ਹੈ। ਉਹ ਚਾਹੁੰਦੀ ਹੈ ਕਿ ਉਸਦਾ ਪੁੱਤਰ ਹਰ ਰੋਜ਼ ਸਵੇਰੇ ਸੂਰਜ ਨਿਕਲਣ ਦੇ ਸਮੇਂ ਉਸਨੂੰ ਪ੍ਰਣਾਮ ਕਰੇ। ਇੱਥੇ ਕਵੀ ਦੀ ਮਾਂ ਇੱਕ ਭਾਰਤੀ ਮਾਂ ਵੱਲ ਇਸ਼ਾਰਾ ਕਰਦੀ ਹੈ। ਇੱਕ ਭਾਰਤੀ ਮਾਂ ਆਪਣੇ ਬੱਚਿਆਂ ਨੂੰ ਬੇਹੱਦ ਪਿਆਰ ਕਰਦੀ ਹੈ। ਉਹ ਹਮੇਸ਼ਾ ਆਪਣੇ ਬੱਚਿਆਂ ਦੇ ਭਲੇ ਬਾਰੇ ਚਿੰਤਾ ਕਰਦੀ ਰਹਿੰਦੀ ਹੈ। ਉਹ ਵਿਸ਼ਵਾਸ ਕਰਦੀ ਹੈ ਕਿ ਉਸਦਾ ਆਸ਼ੀਰਵਾਦ ਹਰੇਕ ਬੁਰਾਈ ਨੂੰ ਉਸਦੇ ਬੱਚਿਆਂ ਤੋਂ ਦੂਰ ਰੱਖੇਗਾ। ਇਸ ਲਈ ਉਹ ਚਾਹੁੰਦੀ ਹੈ ਕਿ ਹਰ ਰੋਜ਼ ਸਵੇਰੇ ਆਪਣੇ ਦਿਨ ਦੀ ਸ਼ੁਰੂਆਤ ਕਰਨ ਤੋਂ ਪਹਿਲਾਂ ਉਸਦੇ ਬੱਚੇ ਉਸਦਾ ਪੈਰ ਛੂਹ ਕੇ ਉਸਦਾ ਆਸ਼ੀਰਵਾਦ ਲੈਣ। ਫਿਰ ਕਵੀ ਕਹਿੰਦਾ ਹੈ ਕਿ ਉਸਦੀ ਮਾਂ ਚਾਹੁੰਦੀ ਹੈ ਕਿ ਉਹ ਨਿਯਮਬੱਧ ਤਰੀਕੇ ਨਾਲ ਪੰਛੀਆਂ ਦੇ ਸਾਹਮਣੇ ਮੁੱਠੀ ਭਰ ਪੀਲੇ ਚੌਲ ਸੁੱਟੇ। ਉਹ ਉਸਨੂੰ ਅਜਿਹਾ ਇੱਕ ਸ਼ਰਧਾਲੂ ਦੀ ਤਰ੍ਹਾਂ ਕਰਨ ਲਈ ਕਹਿੰਦੀ ਹੈ। ਹੋਰਨਾਂ ਸ਼ਬਦਾਂ ਵਿੱਚ ਇੱਕ ਭਾਰਤੀ ਮਾਂ ਚਾਹੁੰਦੀ ਹੈ ਕਿ ਉਸਦੇ ਬੱਚੇ ਪੰਛੀਆਂ ਅਤੇ ਜਾਨਵਰਾਂ ਦੇ ਪ੍ਰਤੀ ਦਿਆਲੂ ਬਣਨ। ਉਹ ਆਪਣੇ ਬੱਚਿਆਂ ਤੋਂ ਸਿਰਫ ਬਸ ਇੰਨਾ ਹੀ ਚਾਹੁੰਦੀ ਹੈ। ਫਿਰ ਕਵੀ ਕਹਿੰਦਾ ਹੈ ਕਿ ਸਾਲ ਵਿੱਚ ਕੇਵਲ ਇੱਕ ਵਾਰ ਹੱਥਾਂ ਵਿੱਚ ਦੀਪਧਾਰ ਪਕੜ ਕੇ ਦੇਵੀ ਦੇਵਤਾ ਦੀ ਮੂਰਤੀ ਦੀ ਪੂਜਾ ਕਰਨਾ ਫਿਜ਼ੂਲ ਹੈ। ਉਹ ਉਸ ਮੂਰਤੀ ਦਾ ਇਨਾਦਰ ਕਰਨ ਤੋਂ ਸਿਵਾਏ ਹੋਰ ਕੁਝ ਵੀ ਨਹੀਂ ਹੈ। ਬਿਲਕੁਲ ਉਸੇ ਤਰ੍ਹਾਂ ਹੀ ਸਾਲ ਵਿੱਚ ਸਿਰਫ ਇੱਕ ਵਾਰ ਆਪਣੀ ਮਾਂ ਦਾ ਸਨਮਾਨ ਕਰਨਾ ਉਸਦੇ ਪ੍ਰਤੀ ਅਨਾਦਰ ਪ੍ਰਗਟ ਕਰਨ ਤੋਂ ਇਲਾਵਾ ਹੋਰ ਕੁਝ ਵੀ ਨਹੀਂ ਹੈ। ਕਵੀ ਕਹਿੰਦਾ ਹੈ ਕਿ ਜਦੋਂ ਕਦੇ ਵੀ ਉਹ ਕਿਸੇ ਸੁੰਡੀ ਨੂੰ ਪੈਂਜੀ ਦੇ ਪੌਦੇ ਵੱਲ ਵੱਧਦਾ ਵੇਖਦਾ ਹੈ ਤਾਂ ਉਹ ਆਪਣੇ ਈਸ਼ਵਰ ਅਰਥਾਤ ਆਪਣੀ ਮਾਂ ਨੂੰ ਯਾਦ ਕਰਦਾ ਹੈ, ਅਤੇ ਜਦੋਂ ਕਦੇ ਵੀ ਉਹ ਤੇਜ਼ ਵਗ ਰਹੀ ਹਵਾ ਦੇ ਭਿਆਨਕ ਸ਼ੋਰ ਨੂੰ ਸੁਣਦਾ ਹੈ ਤਾਂ ਉਹ ਆਪਣੇ ਈਸ਼ਵਰ ਅਰਥਾਤ ਆਪਣੀ ਮਾਂ ਨੂੰ ਯਾਦ ਕਰਦਾ ਹੈ। ਉਹ ਕਹਿੰਦਾ ਹੈ ਕਿ ਕਈ ਵਾਰ ਉਹ ਆਪਣੇ ਈਸ਼ਵਰ ਨੂੰ ਦਿਨ ਵਿੱਚ 2 ਵਾਰ ਯਾਦ ਕਰਦਾ ਹੈ, ਚਾਹੇ ਉਹ ਕਿਸੇ ਚੀਜ਼ ਨੂੰ ਵੇਖ ਕੇ ਚਕਿਤ ਹੋ ਜਾਂਦਾ ਹੋਵੇ ਜਾਂ ਡਰ ਜਾਂਦਾ ਹੋਵੇ। ਮਾਂ ਦਾ ਖਿਆਲ ਉਸਦੇ ਮਨ ਵਿੱਚ ਸਭ ਤੋਂ ਪਹਿਲਾਂ ਆਉਂਦਾ ਹੈ ਅਤੇ ਉਹ ਉਸਨੂੰ ਪੁਕਾਰਦਾ ਹੈ। ਇਸ ਨਾਲ ਕੋਈ ਫਰਕ ਨਹੀਂ ਪੈਂਦਾ ਦਿਨ ਵਿੱਚ ਉਹ ਕਿੰਨੀ ਵਾਰ ਆਪਣੀ ਮਾਂ ਨੂੰ ਪੁਕਾਰਦਾ ਹੈ। ਕਵੀ ਇਸ ਵਿਚਾਰ ਦੇ ਨਾਲ ਕਵਿਤਾ ਖਤਮ ਕਰਦਾ ਹੈ। ਹਰੇਕ ਸਮੇਂ, ਭਾਵੇਂ ਉਹ ਖੁਸ਼ੀ ਦਾ ਸਮਾਂ ਹੋਵੇ ਜਾਂ ਦੁੱਖ ਦਾ ਸਮਾਂ, ਅਸੀਂ ਉਮੀਦ ਕਰਦੇ ਹਾਂ ਕਿ ਸਾਡੀਆਂ ਮਾਵਾਂ ਸਾਡੇ ਕੋਲ ਹੋਣ। ਫਿਰ ਅਸੀਂ ਸਾਲ ਵਿੱਚ ਉਸ ਨੂੰ ਸਿਰਫ ਇੱਕ ਦਿਨ ਹੀ ਸਮਰਪਿਤ ਕਿਵੇਂ ਕਰ ਸਕਦੇ ਹਾਂ। ਥੈਂਕ ਯੂ।